ਮੇਰੇ ਵੱਲੋਂ ਸਾਰੇ ਭੈਣ ਭਾਈਆਂ ਨੂੰ ਸਲਾਮ ਹੋਵੇ, ਜਾਤਕਾਂ ਬਜ਼ੁਰਗਾਂ ਤੇ ਮਾਈਆਂ ਨੂੰ ਸਲਾਮ ਹੋਵੇ। ਅੱਜ ਦੀ ਗੱਲ ਦੇ ਨਾਲ ਨਾਸਰ ਜਮੀਲ ਹਾਜ਼ਰ ਖਿਦਮਤ ਹੈ। ਔਰ ਅੱਜ ਦੀ ਗੱਲ ਜਿਹੜੀ ਹੈ ਉਹ ਦਿਲ ਚੀਰ ਦੇਣ ਵਾਲੀ ਹੈ, ਉਹ ਦਿਮਾਗ ਉਡਾ ਦੇਣ ਵਾਲੀ ਹੈ। ਲੇਕਿਨ ਅਸੀਂ ਮਾਯੂਸ ਨਹੀਂ ਹਾਂ, ਅਸੀਂ ਇਸ ਗੱਲ ਦੇ ਉੱਤੇ ਯਕੀਨ ਕਰਦੇ ਹਾਂ ਵੀ ਹਾਦਸਾ ਕਿਧਰੇ ਵੀ ਹੋ ਸਕਦਾ ਹੈ। ਲੇਕਿਨ ਅਗਰ ਹਾਦਸੇ ਨੂੰ ਹੈਂਡਲ ਕਰਨ ਵਾਲੇ ਲੋਕ ਜਿਹੜੇ ਨੇ ਉਹ ਪੂਰੀ ਇਮਾਨਦਾਰੀ ਨਾਲ, ਪੂਰੀ ਵਫਾਦਾਰੀ ਨਾਲ ਔਰ ਆਪਣੇ ਕੰਮ ਨੂੰ ਸਾਹਮਣੇ ਰੱਖਦੇ ਹੋਇਆ ਅਗਰ ਅੱਗੇ ਵਧਣ ਦੀ ਕੋਸ਼ਿਸ਼ ਕਰਨ ਤੇ ਕੋਈ ਮਸਲਾ ਨਹੀਂ ਰਹਿੰਦਾ ਹੈ। ਸਗੋਂ ਜਿਹੜਾ ਮਾੜਾ ਹੁੰਦਾ ਹੈ ਉਹ ਤਗੜਾ ਹੋ ਜਾਂਦਾ ਹੈ, ਔਰ ਜਿਹੜਾ ਤਗੜਾ ਹੁੰਦਾ ਹੈ ਉਹ ਹੋਰ ਤਗੜਾ ਹੋ ਜਾਂਦਾ ਹੈ। ਜਿਹੜਾ ਜ਼ਾਲਮ ਹੈ ਉਹ ਡਰ ਜਾਂਦਾ ਹੈ ਤੇ ਮਜ਼ਲੂਮ ਜਿਹੜਾ ਹੈ ਉਹ ਆਪਣੇ ਲਈ ਇੱਕ ਪਨਾਹਗਾਹ ਮਹਿਸੂਸ ਕਰਦਾ ਹੈ। ਇੱਕ ਬੱਚੀ ਹੈ ਛੋਟੀ ਫਿਜ਼ਾ, ਸਿਰਫ 4 ਸਾਲ ਔਰ ਤੁਸੀਂ ਦੇਖ ਰਹੇ ਹੋ ਕਿ ਇਸ ਬੱਚੀ ਨੇ ਇੱਕ 25 ਸਾਲ ਦੇ ਬੰਦੇ ਨੇ ਜ਼ਿਆਦਤੀ ਕੀਤੀ ਹੈ। ਇਹਦੇ ਵਾਲਿदैन ਇਹਦੇ ਸਾਡੇ ਕੋਲ ਮੌਜੂਦ ਨੇ। ਅਸੀਂ ਅੱਜ ਪਤਾ ਵੀ ਨਾ ਕੋਈ ਗੱਲ ਕਰਨ ਦੀ ਪੋਜੀਸ਼ਨ 'ਚ ਨਹੀਂ ਗਏ, ਪਰ ਅਸੀਂ ਖਾਸ ਤੌਰ ਤੇ ਇਸ ਕਰਕੇ ਆਏ ਤਾਂ ਜੋ ਅਸੀਂ ਦੁਨੀਆ ਨੂੰ ਦੱਸ ਸਕੀਏ ਕਿ ਇੱਥੇ ਅਸੀਂ ਕਿੰਨੇ ਕੁ ਮਹਿਫੂਜ਼ ਹਾਂ। ਖਰੇ ਕਿਹੜੇ ਜਿਹੜੇ ਕਹਿੰਦੇ ਨੇ ਕਿ ਅਸੀਂ ਪਾਕਿਸਤਾਨ 'ਚ ਮਹਿਫੂਜ਼ ਹਾਂ। ਇਹ ਸਾਡੇ ਹਾਲਾਤ ਨੇ, ਸਾਡੀਆਂ 4-4 ਸਾਲ ਦੀਆਂ ਬੱਚੀਆਂ ਇੱਥੇ ਮਹਿਫੂਜ਼। ਸਾਡੇ ਨਾਲ ਇੱਕ ਬੱਚੀ ਦੀ ਮਾਂ ਹੈ ਰੁਬੀਨਾ। ਪੁੱਤਰ ਕੀ ਹੋਇਆ ਸੀ, ਦੱਸ ਜ਼ਰਾ ਸਾਰਿਆਂ ਨੂੰ। ਦੱਸ ਮੇਰੀ ਧੀ, ਸਭ ਨੂੰ ਪਤਾ ਲੱਗੇ। ਆਈ ਹੈ ਬਾਹਰੋਂ ਤੇ ਕਹਿੰਦੀ ਮਾਮਾ ਆ ਦੇਖੋ ਜ਼ਰਾ ਕੀ ਹੋ ਗਿਆ। ਲੈ ਕੇ ਗਈ ਹੈ, ਦੱਸਿਆ ਸਾਰਾ ਕੁਛ ਇਹਨੇ, ਪਰ ਉਹ ਭਾਈ ਨਹੀਂ ਸੀ ਮੰਨਣ ਤੇ ਆਣ ਡਿਆ। ਮਾਰਿਆ ਕੁੱਟਿਆ ਮੰਨ ਗਿਆ। ਸਾਨੂੰ ਇਨਸਾਫ ਚਾਹੀਦਾ, ਤੁਹਾਡੀ ਮਿਹਰਬਾਨੀ। ਕਿ ਜੋ ਅੱਜ ਮੇਰੀ ਬੱਚੀ ਨਾਲ ਹੋਰ ਕਿਸੇ ਧੀ ਭੈਣ ਬੱਚੀ ਨਾਲ ਨਾ ਇੰਜ ਹੋਵੇ। ਭੈਣੇ ਜਦੋਂ ਇਸ ਤਰ੍ਹਾਂ ਵਾਕਿਆ ਹੋਇਆ ਤੁਸੀਂ ਕਿੱਥੇ ਸੋ? ਅਸੀਂ ਕਿੱਥੇ ਗਏ ਸਾਂ, 10-15 ਮਿੰਟ ਵਾਸਤੇ ਗਏ ਸਾਂ, ਆ ਗਏ ਸਾਂ। ਇਹ ਮਗਰੋਂ ਸਾਡੇ ਵਾਕਿਆ ਹੋ ਗਿਆ। ਫਿਰ ਤੁਸੀਂ ਇਹਨੂੰ ਜਦੋਂ ਲਿਆਏ ਤੇ ਫਿਰ ਤੁਸੀਂ ਇਹਨੂੰ ਲੈ ਕੇ ਕਿੱਥੇ ਗਏ ਹੋ? ਜਿਵੇਂ ਇਹਨੇ ਦੱਸਿਆ ਵੇ ਮਗਰ ਇਹਨਾਂ ਦੇ ਗਏ ਆ। ਅੱਛਾ, ਫਿਰ ਉੱਥੇ ਜਾ ਕੇ ਉਸ ਮੁੰਡੇ ਨੂੰ ਤੁਸੀਂ ਫੜਿਆ? ਹਾਂਜੀ। ਤੁਹਾਡੇ ਨਾਲ ਕੌਣ ਗਿਆ ਸੀ? ਮੇਰੇ ਵੱਡੇ ਭਾਈ ਗਏ ਸੀ। ਤੁਹਾਡੇ ਜੇਠ ਜੀ? ਹਾਂਜੀ। ਹਾਂਜੀ। ਅੱਛਾ, ਤੇ ਕੀ ਨਾਮ ਹੈ ਤੁਹਾਡਾ? ਤੁਸੀਂ ਕੀ ਲੱਗਦੇ ਹੋ ਬੱਚੀ ਦੇ? ਜਦੋਂ ਇਹ ਬੱਚੀ ਦੇ ਨਾਲ ਇਹ ਹਾਦਸਾ ਹੋਇਆ ਤੁਸੀਂ ਉਦੋਂ ਕਿੱਥੇ ਸੋ? ਬਾਹਰ ਸੋ, ਕੰਮ ਤੇ ਸੋ? ਕੀ ਕੰਮ ਕਰਦੇ ਹੋ? ਪੱਠੇ ਦੀ ਮਜ਼ਦੂਰੀ ਕਰਦੇ। ਪੱਠੇ ਮਜ਼ਦੂਰ ਹੋ ਤੁਸੀਂ? ਤੇ ਇਹ ਜਦੋਂ ਉਸਮਾਨ ਨੇ ਇਹ ਵਾਲਾ ਕੰਮ ਕੀਤਾ ਤੁਸੀਂ ਉਦੋਂ ਪੱਠੇ ਤੇ ਸੋ? ਹਾਂਜੀ, ਉਸ ਟਾਈਮ ਪੱਠੇ ਦੇ। ਤੇ ਤੁਸੀਂ ਦੋਵੇਂ ਵੀ ਪੱਠੇ ਤੇ ਜਾਂਦੇ ਹੋ, ਤੁਸੀਂ ਇਕੱਲੇ ਜਾਂਦੇ ਹੋ? ਇਕੱਲੇ ਜਾਂਦੇ ਹੋ। ਤੇ ਇਸ ਤੋਂ ਇਲਾਵਾ ਹੋਰ ਤੁਹਾਡੀ ਕਮਾਈ ਦਾ ਕੀ ਸੀ? ਕਮਾਈ ਤਾਂ ਇਹ ਵੀ ਹੈ ਕਿ ਆਪਣੇ ਬੱਚਿਆਂ ਨੂੰ ਪਾਲ ਰਹੇ। ਕਿੰਨੇ ਬੱਚੇ ਨੇ? 2 ਬੱਚੇ ਨੇ। ਇੱਕ ਇਹ ਵੇ? ਹਾਂਜੀ, ਇਹ ਛੋਟੀ ਹੈ, ਮੁੰਡਾ ਇਸ ਤੋਂ ਵੱਡਾ। ਇਸ ਤੋਂ ਵੱਡਾ ਮੁੰਡਾ, ਜਿਹੜਾ ਇੱਕ ਮੁੰਡਾ ਹੈ ਤੇ ਇੱਕ ਕੁੜੀ ਹੈ। ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੁਨੀਆ ਨੂੰ? ਖੁਦਾ ਕਿਸੇ ਹੋਰ ਨਾਲ ਨਾ ਕਰੇ ਜਿਸ ਤਰ੍ਹਾਂ ਸਾਡੇ ਨਾਲ ਹੋਇਆ। ਜਦ ਤੁਸੀਂ ਪੁਲਿਸ ਕੋ ਗਏ ਤਾਂ ਪੁਲਿਸ ਨੇ ਕੀ ਕਿਹਾ ਸੀ? ਪੁਲਿਸ ਨੇ ਬਸ ਕਾਰਵਾਈ ਕੀਤੀ, ਬਸ ਕੱਲ ਤੱਕ ਦਾ ਬਸ ਟਾਈਮ ਵੇਸਟ ਕੀਤੀ ਜਾ ਰਹੇ ਹਾਂ। ਕੱਲ ਦਾ ਬਸ। ਤੇ ਹੁਣ ਕਿੱਥੋਂ ਆਏ ਜੀ? ਹੁਣ ਸ਼ੇਖਪੁਰ ਆਏ ਹਾਂ, ਉਠਾ ਕੇ। ਸ਼ੇਖਪੁਰ? ਹਾਂਜੀ, ਹਸਪੀਟਲ ਤੋਂ ਮੈਡੀਕਲ ਕਰਾ ਕੇ। ਤੇ ਪੁਲਿਸ ਵਾਲੇ ਤੁਹਾਡੇ ਨਾਲ ਸਨ? ਹਾਂਜੀ। ਉਹਨਾਂ ਨੇ ਤੁਹਾਡੇ ਨਾਲ ਪੂਰਾ ਤਾਵਨ ਕੀਤਾ? ਅਸੀਂ ਸਾਈਡ ਤੇ ਹੁੰਦੇ ਸੀ, ਉਹ ਹੋਰ ਸਾਈਡ ਤੇ ਹੁੰਦੇ ਸੀ, ਪਰ ਠੀਕ ਹੈ, ਇਹਨਾਂ ਨੇ ਤਮਨ ਵੀ ਕੀਤਾ ਤੇ ਨਾ ਹੋਰ ਕੀਤਾ। ਸਮਝੋ। ਅੱਛਾ, ਤੇ ਤੁਹਾਨੂੰ ਇਹਨਾਂ 2 ਦਿਨਾਂ ਵਿੱਚ ਕਿਸੇ ਨੇ ਕੋਈ ਡਰਾਇਆ, ਧਮਕਾਇਆ ਜਾਂ ਕੋਈ ਲਾਲਚ ਤੇ ਨਹੀਂ ਦਿੱਤਾ ਕਿ ਤੁਸੀਂ ਪਿਛਾਂਹ ਹਟ ਜਾਓ? ਨਹੀਂ। ਚਲੋ, ਬੜੀ ਮਿਹਰਬਾਨੀ। ਸਾਡੇ ਨਾਲ ਸੈਮਸਨ ਸਲਾਮਤ ਸਾਹਿਬ ਨੇ ਮੌਜੂਦ, ਜਿਹੜੇ ਰਵਾਦਾਰੀ ਤਹਿਰੀਕ ਦੇ ਜਿਹੜੇ ਚੇਅਰਮੈਨ ਨੇ, ਔਰ ਉਹਨਾਂ ਦੀ ਵਸਾਤਤ ਦੇ ਨਾਲ ਹੀ ਨੈਸ਼ਨਲ ਨਿਊਜ਼ ਨੂੰ ਇਹ ਮੌਕਾ ਮਿਲਿਆ ਹੈ ਕਿ ਉਹ ਅੱਜ ਫਿਜ਼ਾ ਔਰ ਉਹਦੇ ਖਾਨਦਾਨ ਨੂੰ ਮਿਲ ਸਕੇ। ਰਵਾਦਾਰੀ ਤਹਿਰੀਕ ਦੇ ਚੇਅਰਮੈਨ ਸੈਮਸਨ ਸਲਾਮਤ ਦਾ ਇਹ ਤੁਰਾ ਇਮਤਿਆਜ਼ ਹੈ ਕਿ ਜਿੱਥੇ ਵੀ ਜਿਸ ਤਰ੍ਹਾਂ ਦੀ ਵੀ ਕੋਈ ਜ਼ਿਆਦਤੀ ਹੁੰਦੀ ਹੈ ਇਹ ਹਮੇਸ਼ਾ ਉੱਥੇ ਮੌਜੂਦ ਹੁੰਦੇ ਨੇ। ਸੈਮਸਨ ਸਾਹਿਬ, ਲੋਕੀ ਤੁਹਾਨੂੰ ਇਤਬਾਰ ਜ਼ਿਆਦਾ ਕਰਦੇ ਨੇ ਜਾਂ ਤੁਹਾਨੂੰ ਲੋਕਾਂ ਨਾਲ ਪਿਆਰ ਜ਼ਿਆਦਾ ਕਿ ਤੁਸੀਂ ਹਰ ਜਗ੍ਹਾ ਪਹੁੰਚਦੇ ਹੋ? I am speechless. और अगर मेरा ये हाल है तो मैं सोच सकता वा कि जो माँ प्यो इस बच्ची का या खानदान के लोग ने उन्होंने कलेजा दिल किवें फटता होवेगा। ते
ਬਸ ਹਮੇਸ਼ਾ ਕੋਸ਼ਿਸ਼ ਹੁੰਦੀ ਹੈ, ਅੱਜ ਵੀ ਇਹ ਸੀ ਕਿ ਅਸੀਂ ਇਸ ਖਾਨਦਾਨ ਕੋਲ ਪਹੁੰਚੀਏ, ਇਹਨਾਂ ਦਾ ਦੁੱਖ ਵੰਡਾਉਣ ਦੀ ਕੋਸ਼ਿਸ਼ ਕਰੀਏ ਔਰ ਇਨਸਾਫ ਦੇ ਹਸੂਲ ਵਾਸਤੇ ਇਹਨਾਂ ਦੇ ਨਾਲ ਖੜੇ ਹੋਈਏ। ਮੈਂ ਤੁਹਾਡੇ ਔਰ ਨੈਸ਼ਨਲ ਨਿਊਜ਼ ਦੇ ਵਸਾਤਤ ਨਾਲ ਹਰ ਪਾਕਿਸਤਾਨੀ ਨੂੰ ਇਹ ਕਹਿਣਾ ਚਾਹਨਾ ਕਿ ਵਕਤ ਹੈ ਕਿ ਅਸੀਂ ਹਰ ਮਜ਼ਲੂਮ ਦੇ ਨਾਲ ਖੜੇ ਹੋਈਏ ਤਾਂ ਕਿ ਉਹਨਾਂ ਨੂੰ ਅਸੀਂ ਇਨਸਾਫ ਦਿਲਾ ਸਕੀਏ। ਮੈਂ ਸਮਝਦਾ ਹਾਂ ਕਿ 4 ਸਾਲ ਦਾ ਬੱਚਾ ਹਾਲੇ ਸ਼ਾਇਦ ਦੁੱਧ ਪੀਣ ਵਾਲਾ ਹੀ ਬੱਚਾ ਹੁੰਦਾ ਹੈ ਔਰ ਇਹ ਸੋਚ 'ਚ ਵੀ ਨਹੀਂ ਆਉਂਦਾ ਕਿ ਕੋਈ ਇਨਸਾਨ 4 ਸਾਲ ਦੇ ਬੱਚੇ ਦੇ ਨਾਲ ਜਿਨਸੀ ਦਰਿੰਦਗੀ ਦਾ ਅਮਲ ਕਰ ਸਕਦਾ ਹੈ, ਲੇਕਿਨ ਇਹ ਹੋਇਆ ਹੈ। ਇਹ ਇੱਥੇ ਹੀ ਹੋਇਆ ਹੈ, ਇੱਥੇ ਜਿੱਥੇ ਅਸੀਂ ਖੜੇ ਆ ਇਸ ਟਾਈਮ, ਇਸੇ ਜਗ੍ਹਾ ਤੇ ਹੋਇਆ ਹੈ। ਮੈਂ ਮੁਜ਼ੰਮਤ ਨਹੀਂ ਕਰਾਂਗਾ ਕਿਉਂਕਿ ਮੈਂ ਮੁਜ਼ੰਮਤਾਂ ਕਰ ਕਰ ਥੱਕ ਗਿਆ ਹਾਂ। ਮੈਂ ਇਨਸਾਫ ਦੀ ਅਪੀਲ ਕਰਨ ਵਾਸਤੇ ਆਇਆ। ਮੈਂ ਮੁਤਲਕਾ ਜਿਹੜਾ ਥਾਣਾ ਹੈ, ਮਾਨਾਵਾਲਾ ਥਾਣਾ, ਉਹਦੇ ਜਿਹੜੇ ਹੈਡ ਨੇ SHO ਸਾਹਿਬ, ਉਹਨਾਂ ਨੂੰ ਵੀ ਮਿਲਿਆ। ਉਹਨਾਂ ਨੇ ਬੜੀਆਂ ਤਸੱਲੀਆਂ ਦਵਾਈਆਂ ਨੇ। ਚਲੋ ਅਸੀਂ ਥੋੜੀ ਦੇਰ ਵਾਸਤੇ ਤਸੱਲੀ ਲੈ ਵੀ ਲੈਂਦੇ ਆ ਕਿ ਉਹ ਕੋਈ ਝੋਲ ਨਹੀਂ ਮਾਰਨਗੇ, ਕੋਈ 2 ਨੰਬਰੀ ਨਹੀਂ ਕਰਨਗੇ ਔਰ ਇਸ ਮਜ਼ਲੂਮ ਖਾਨਦਾਨ ਦੇ ਨਾਲ ਖੜੇ ਹੋਣਗੇ। ਲੇਕਿਨ ਨਾਲ ਨਾਲ ਮੈਨੂੰ ਇਹ ਵੀ ਪਤਾ ਚੱਲਦਾ ਪਿਆ ਹੈ ਕਿ MPA ਸਮੇਤ ਇਲਾਕੇ ਦੇ ਕੁਝ ਬਾਅਸਰ ਲੋਕ ਜਿਹੜੇ ਨੇ ਉਹ ਵੀ ਮੁਤਹਰਕ ਹੋ ਗਏ ਨੇ ਤਾਂ ਕਿ ਇਸ ਸਾਰੇ ਮਾਮਲੇ ਦੇ ਵਿੱਚ ਮੁੰਡਾ ਪਾਉਣ ਦੀ ਕੋਸ਼ਿਸ਼ ਕਰਨ। ਲੇਕਿਨ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹਨਾ ਕਿ ਅਸੀਂ ਇਸ ਮਜ਼ਲੂਮ ਖਾਨਦਾਨ ਦੇ ਨਾਲ ਖੜੇ ਹਾਂ। ਇਹ ਮਜ਼ਲੂਮ ਖਾਨਦਾਨ ਕੱਲਾ ਨਹੀਂ, ਇਹ ਬੱਚੀ ਕੱਲੀ ਨਹੀਂ। ਅਗਰ ਕਿਸੇ ਨੇ ਇਸ ਕੇਸ ਦੇ ਵਿੱਚ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਕੀਤੀ, ਕੰਪਰੋਮਾਈਜ਼ ਕਰਾਉਣ ਦੀ ਕੋਸ਼ਿਸ਼ ਕੀਤੀ, ਤੇ ਉਹਨਾਂ ਦੇ ਰਸਤੇ ਦੇ ਵਿੱਚ ਰੁਕਾਵਟ ਸੈਮਸਨ ਸਲਾਮਤ ਤੇ ਰਵਾਦਾਰੀ ਤਹਿਰੀਕ ਬਣੇਗੀ। ਮੈਂ MPA ਸਾਹਿਬ ਨੂੰ ਕਹਿਣਾ ਚਾਹਨਾ ਕਿ ਅੱਜ ਇਸ ਬੱਚੀ ਨਾਲ ਹੋਇਆ, ਕੱਲ ਤੁਹਾਡੇ ਕਿਸੇ ਰਿਸ਼ਤੇਦਾਰ ਦੀ ਬੱਚੀ ਨਾਲ ਵੀ ਹੋ ਸਕਦਾ ਹੈ। ਅਗਰ ਤੁਸੀਂ ਚਾਹੁੰਦੇ ਹੋ ਕਿ ਸਾਡੀਆਂ ਬੱਚੀਆਂ ਦੇ ਨਾਲ ਇਹ ਜ਼ੁਲਮ ਤੇ ਜ਼ਿਆਦਤੀ ਖਤਮ ਹੋਵੇ ਤੇ ਫਿਰ ਤੁਹਾਨੂੰ ਜ਼ਾਲਿਮ ਨਾਲ ਨਹੀਂ, ਮਜ਼ਲੂਮ ਦੇ ਨਾਲ ਖੜਾ ਹੋਣਾ ਪਏਗਾ। ਬਹੁਤ ਸ਼ੁਕਰੀਆ ਨਾਜ਼ਰੀਨ। ਗੱਲ ਇੰਜ ਹੈ ਵੀ ਚੰਗੇ ਮਾੜੇ ਦਿਨ ਤੇ ਕਿਸੇ ਤੇ ਵੀ ਆ ਸਕਦੇ ਨੇ, ਪਰ ਮਾੜੇ ਦਿਨਾਂ 'ਚ ਅਸੀਂ ਕਿੰਨੇ ਚੰਗੇ ਤਰੀਕੇ ਨਾਲ ਆਪਣੇ ਉਸ ਮਾੜੇ ਸਾਥੀ ਨਾਲ, ਆਪਣੇ ਉਸ ਮਾੜੇ ਭੈਣ ਭਰਾ ਨਾਲ ਔਰ ਮਾੜਾ ਕਰਨ ਵਾਲੇ ਦੇ ਖਿਲਾਫ ਖਲੋਨੇ ਆ, ਤੇ ਫਿਰ ਜਦੋਂ ਤੱਕ ਕਿਸੇ ਨੂੰ ਇਨਸਾਫ ਨਹੀਂ ਮਿਲ ਜਾਂਦਾ ਖਲੋਤੇ ਰਹਿੰਦੇ ਆ। ਇਹ ਜਿੱਦੇ ਤੋਂ ਮੁਸੀਬਤ ਆਉਂਦੀ ਉਹਦੇ ਵਾਸਤੇ ਮੁਸੀਬਤ ਹੁੰਦੀ ਹੈ, ਤੇ ਜਿਹੜੇ ਸਾਡੇ ਵਰਗੇ ਨੇ, ਜਿਹੜੇ ਉਹਦੇ ਆਲੇ ਦੁਆਲੇ ਦੇ ਲੋਕ ਹੁੰਦੇ ਨੇ, ਉਹਨਾਂ ਦਾ ਇਮਤਿਹਾਨ ਹੁੰਦਾ ਹੈ ਕਿ ਭਲਾ ਅਸੀਂ ਕਿੰਨਾ ਕੁ ਕਿਸੇ ਦੇ ਨਾਲ ਖਲੋ ਸਕਨੇ ਆ। ਸੋ ਗੱਲਾਂ ਮੈਂ ਵੀ ਕਰਨਾ ਵਾ ਤੇ ਗੱਲਾਂ ਹੀ ਕਰਦੇ ਸਭ, ਬਸ ਇੱਕ ਕਮਲ ਦਾ ਘਾਟਾ ਹੈ, ਨਹੀਂ ਤਾਂ ਮੈਂ ਵੀ ਹੁੰਦਾ ਰੱਬ। ਮੇਰਾ ਖਿਆਲ ਹੈ ਵੇ ਕਿ ਸਾਨੂੰ ਫਿਜ਼ਾ ਔਰ ਉਹਦੇ ਖਾਨਦਾਨ ਨਾਲ ਖਲੋਣ ਦੀ ਜ਼ਰੂਰਤ ਹੈ, ਔਰ ਅਗਰ ਅਸੀਂ ਖਲੋ ਗਏ ਤੇ ਇਨਸਾਫ ਜ਼ਿਆਦਾ ਦੂਰ ਨਹੀਂ ਹੈ। ਕੀ ਨਾਂ ਹੈ ਤੁਹਾਡਾ? ਮਨਵਰ ਮਸੀਹ। ਇਹ ਮਨਵਰ ਮਸੀਹ ਸਾਹਿਬ, ਤੁਸੀਂ ਕਿੱਥੇ ਰਹਿੰਦੇ ਹੋ? ਖੰਬਿਆਂ ਵਾਲੇ। ਖੰਬਿਆਂ ਵਾਲੀ। ਇਹ ਕਿਹੜੀ ਜਗ੍ਹਾ ਤੇ ਵੇ ਖੰਬਿਆਂ ਵਾਲੀ? ਮਾਨਾ ਵਾਲੇ ਚ ਆਉਂਦਾ, ਸ਼ੇਖਪੁਰੇ ਚ। ਸ਼ੇਖਪੁਰੇ ਚ ਆਉਂਦਾ। ਤੇ ਇਹ ਭਾਜੀ ਕੀ ਵਾਕਿਆ ਹੋਇਆ ਔਰ ਕੀ ਹਾਦਸਾ ਹੋਇਆ ਤੁਹਾਡੇ ਨਾਲ, ਤੁਹਾਡੇ ਘਰਦਿਆਂ ਨਾਲ? ਬੱਚੀ ਤੇ ਬੱਚੀ ਦੀ ਵਾਲਦਾ ਗਏ ਸਨ ਜੀ, ਇੱਥੇ ਲਾਗੇ ਪਿੰਡ ਗਏ ਸੀ। ਅੱਛਾ। ਉੱਥੋਂ ਵਾਪਸ ਆਉਣ ਡਏ ਨੇ ਤੇ ਜਿਹੜਾ ਹੈ ਆਉਂਦੇ ਘਰ 'ਚ ਪਤਾ ਲੱਗਾ ਜੀ ਬੱਚੀ ਨਹੀਂ ਹੈ ਘਰ। ਜਿਹੜਾ ਨਾ ਬੱਚੀ ਨੂੰ ਲੱਭਣ ਚਲੇ ਗਏ ਤੇ ਅੱਗੇ ਉਹ ਖਲੋਤੀ ਸੀ ਰਸਤੇ ਦੇ ਵਿੱਚ। ਉਹਨਾਂ ਯਾਨੀ ਕਿ ਲੜਕੇ ਨੇ ਫੜ ਕੇ ਤੇ ਅੰਦਰ ਕਰ ਲਿਆ, ਯਾਨੀ ਕਿ ਬੱਚੀ ਨੇ ਕਿਹਾ ਕਿ ਆਹ ਤੈਨੂੰ ਚੀਜ਼ ਚੂਜ਼ ਦੇਣੇ। ਤੇ ਉਹ ਇਸ ਤਰ੍ਹਾਂ ਯਾਨੀ ਕਿ ਕਰਕੇ ਤੇ ਉਹਨੇ ਜਾਸਤੀ ਕੀਤੀ, ਗਲਤ ਕੰਮ ਕੀਤਾ ਉਹਦੇ ਨਾਲ। ਫਿਰ ਅਸੀਂ ਪਹੁੰਚ ਗਏ ਮੌਕੇ 'ਤੇ। ਉਹ ਲੜਕੇ ਨੂੰ ਵੀ ਫੜ ਲਿਆ, ਇੱਥੇ ਲਿਆ ਕੇ ਯਾਨੀ ਕਿ ਤੇ ਜੇ ਕਿੰਨੇ ਵਜੇ ਦਾ ਟਾਈਮ ਹੈ ਤੇ ਕਿਸ ਦਿਨ ਦਾ ਗੱਲ ਹੈ? ਕੱਲ ਦੀ ਗੱਲ ਹੈ, 4 ਵਜੇ ਦਾ ਟਾਈਮ ਸੀ। ਕੱਲ ਸ਼ਾਮੀ 4 ਵਜੇ, ਯਾਨੀ ਕੱਲ 2 ਤਰੀਕ ਸੀ? 2 ਤਰੀਕ ਨੂੰ ਸ਼ਾਮੀ 4 ਵਜੇ ਹਾਂਜੀ। ਇਸ ਛੋਟੀ ਬੱਚੀ ਫਿਜ਼ਾ ਦੇ ਨਾਲ, ਉਸ ਮੁੰਡੇ ਦਾ ਕੀ ਨਾਂ ਹੈ? ਉਸਮਾਨ। ਇਹ ਉਸਮਾਨ ਪਹਿਲਾਂ ਵੀ ਤੁਹਾਡੇ ਘਰ ਆਉਂਦਾ ਜਾਂਦਾ ਸੀ? ਨਹੀਂ ਜੀ, ਸਾਡੇ ਕੋਈ ਤਲੁਕਾਤ ਹੈ ਹੀ ਨਹੀਂ ਉਹਨਾਂ ਦੇ ਨਾਲ ਕੋਈ ਵੀ। ਅੱਛਾ। ਇਹ ਮਸੀਹੀ ਹੈ ਜਾਂ ਮੁਸਲਮਾਨ ਹੈ? ਮੁਸਲਮਾਨ ਹੈ ਜੀ। ਅੱਛਾ। ਤੇ ਫਿਰ ਇਹ ਤੁਹਾਡੀ ਬੱਚੀ ਨੂੰ ਘਰੋਂ ਇੱਥੋਂ ਲੈ ਕੇ ਗਿਆ? ਇੱਥੋਂ ਨਹੀਂ ਲੈ ਗਿਆ ਜੀ, ਬੱਚੀ ਤਕਰੀਬਨ ਰਸਤੇ 'ਚ ਹੋਈ, ਯਾਨੀ ਕਿ ਉਹਨੇ ਜਿਹੜਾ ਨਾ ਆਖਿਆ ਕਿ ਚਲਾ ਤੈਨੂੰ ਚੀਜ਼ ਲੈ ਕੇ ਦੇਣਾ। ਅੱਛਾ ਅੱਛਾ। ਫਿਰ ਬੱਚੀ ਨੂੰ ਚੁੱਕ ਕੇ ਅੰਦਰ ਲੈ ਗਿਆ। ਅੰਦਰ ਜਾ ਕੇ ਜਾਸਤੀ ਕੀਤੀ ਉਹਦੇ ਨਾਲ, ਤੇ ਫਿਰ ਬੱਚੀ ਯਾਨੀ ਕਿ ਰੋਂਦੀ ਘਰ ਆਈ। ਉਹਨੇ ਫਿਰ ਸਾਰਾ ਕੁਛ ਯਾਨੀ ਕਿ ਘਰ ਦੱਸਿਆ।
ਘਰ ਦੱਸਿਆ। ਹਾਂਜੀ, ਜਦੋਂ ਇਹ ਸਾਰਾ ਕੁਝ ਹੋਇਆ ਤਾਂ ਤੁਸੀਂ ਕਿੱਥੇ ਸੋ? ਅਸੀਂ ਘਰ ਸੋਚਦੇ। ਅੱਛਾ, ਤੁਸੀਂ ਘਰ ਸੋ। ਫਿਰ ਤੁਸੀਂ ਕੀ ਕੀਤਾ? ਅਸੀਂ ਫਿਰ ਗਏ ਉੱਥੇ ਜਾ ਕੇ, ਯਾਨੀ ਕਿ ਬੱਚੀ ਨੇ ਸਾਰਾ ਕੁਝ ਦੱਸਿਆ, ਮੁੰਡੇ ਨੂੰ ਬਾਹਰ ਕੱਢਿਆ ਅੰਦਰੋਂ। ਬੱਚੀ ਬੋਲੀ, ਉਹਨੇ ਦੱਸਿਆ ਕਿ ਅਸੀਂ ਪਾਪਾ ਜਿਹੜਾ ਨਾ ਇਹਨੇ ਮੇਰੇ ਨਾਲ ਇਸ ਤਰ੍ਹਾਂ ਕੀਤਾ। ਹੂੰ। ਫਿਰ ਉਹਨੂੰ ਫੜ ਕੇ ਲਿਆਏ ਇੱਥੇ ਡੇਰੇ ਤੇ ਉਹਨੇ ਸਾਰਾ ਕੁਝ ਮੰਨਿਆ ਮੁੰਡੇ ਨੇ। ਫਿਰ ਅੱਛਾ ਜੀ। ਹੁਣ ਤੱਕ ਜਿਹੜਾ ਹੈ ਤੁਹਾਡੀ ਬੱਚੀ ਜਿਹੜੀ ਹੈ ਉਹ ਤੁਸੀਂ ਜਿਹੜਾ ਮੁਲਜ਼ਮ ਹੈ ਉਹਨੂੰ ਪੁਲਿਸ ਵਗੈਰਾ ਜਾਂ ਕਿਸੇ ਨੇ? ਹਾਂਜੀ, ਦਰਖਾਸਤ ਵੀ ਹੋ ਗਈ, ਪਰਚਾ ਵੀ ਹੋ ਗਿਆ ਹੈ, ਅੱਛਾ ਜੀ। ਤੇ ਥਾਣੇ ਵੀ ਜਿਹੜਾ ਪੁਲਿਸ ਲੈ ਗਈ ਸੀ ਆ ਕੇ। ਮੁੰਡਾ ਫੜਿਆ ਗਿਆ? ਫੜਿਆ ਗਿਆ ਜੀ। ਅੱਛਾ, ਤੇ ਪੁਲਿਸ ਦਾ ਕੀ ਕਹਿਣਾ ਹੁਣ? ਪੁਲਿਸ ਦਾ ਇਹ ਕਿ ਅਸੀਂ ਯਾਨੀ ਕਿ ਪੂਰਾ ਤਾਮਨ ਕਰਾਂਗੇ ਤੁਹਾਡੇ ਨਾਲ। ਅੱਛਾ ਜੀ। ਹਾਂਜੀ, ਤੇ ਮਤਲਬ ਹੁਣ ਕਿੰਨੇ ਕੁ ਜੀ ਨੇ ਜਿਹੜੇ ਇੱਥੇ ਜਿਹੜੇ ਨੇ, ਮਤਲਬ ਤੁਹਾਨੂੰ ਕਹਿੰਦੇ ਨੇ ਕਿ ਵੀ ਇਹ ਮਾਮਲਾ ਜਿਹੜਾ ਹੈ ਉਹ ਕੋਈ ਨਹੀਂ ਐਡਾ ਵੱਡੀ ਗੱਲ, ਕੋਈ ਨਹੀਂ ਇਸ ਤਰ੍ਹਾਂ ਨਾ ਹੋਵੇ, ਉਹ ਨਾ ਕਿਸੇ ਨੇ ਅਪਰੋਚ ਤੇ ਨਹੀਂ ਕੀਤਾ ਇਸ ਤਰ੍ਹਾਂ? ਨਹੀਂ, ਗਲਤ ਤੇ ਕਿਸੇ ਨੇ ਵੀ ਨਹੀਂ ਕਿਹਾ, ਤੇ ਬਾਕੀ ਇਹ ਕਿਹਾ ਮਹੱਲੇ ਵਾਲਿਆਂ ਵੀ ਕਿਹਾ, ਪਿੰਡ ਵਾਲਿਆਂ ਵੀ ਕਿਹਾ ਕਿ ਅਸੀਂ ਯਾਨੀ ਕਿ ਨਾਲ ਆ ਤੁਹਾਡੇ, ਹਰ ਤਰ੍ਹਾਂ ਯਾਨੀ ਕਿ ਜਿਹੜਾ ਨਾ ਗਲਤ ਹੋਇਆ ਹੈ ਜਿਹੜਾ। ਅੱਛਾ ਅੱਛਾ। ਤੇ ਹੁਣ ਤੁਸੀਂ ਕੀ ਚਾਹੁੰਦੇ ਹੋ? ਅਸੀਂ ਇਹ ਚਾਹੁੰਦੇ ਹਾਂ ਕਿ ਜੀ ਸਰ ਸਾਨੂੰ ਇਨਸਾਫ ਮਿਲੇ। ਚਲੋ, ਖੁਦਾ ਹੁਣ ਤੁਹਾਡੇ ਨਾਲ ਹੈ। ਅੱਜ ਅਸੀਂ ਇਸ ਵਕਤ ਜਿਹੜਾ ਥਾਣਾ ਮਾਨਾਂਵਾਲਾ ਹੈ ਇੱਥੇ ਹਾਜ਼ਰ ਹੋਏ ਹਾਂ। ਇੱਥੇ ਨਾਲ ਹੀ ਇੱਕ ਪਿੰਡ ਹੈ ਖੰਮੀਆਂ ਵਾਲਾ, ਉੱਥੇ ਇੱਕ 4 ਸਾਲ ਦੀ ਬੱਚੀ ਫਿਜ਼ਾ ਹੈ ਜਿਹਨੂੰ ਇੱਕ 25-26 ਸਾਲ ਦੇ ਲੜਕੇ ਨੇ, ਉਸਮਾਨ ਨਾਂ ਦੇ ਨੇ, ਜਿਹੜਾ ਹੈ ਰੇਪ ਕੀਤਾ ਹੈ, ਉਹਦੇ ਨਾਲ ਜ਼ਿਆਦਤੀ ਕੀਤੀ ਹੈ। ਔਰ ਉਹਦਾ ਕੇਸ ਜਿਹੜਾ ਹੈ ਉਹ ਇੱਥੇ ਇੱਕ ਥਾਣਾ ਮਾਨਾਂਵਾਲਾ ਦੇ ਵਿੱਚ ਜਿਹੜਾ ਹੈ ਰਜਿਸਟਰਡ ਹੋਇਆ ਹੈ ਕੱਲ ਹੀ 2022 ਨੂੰ। ਸੈਯਦ ਇਫਤਖਾਰ ਬੁਖਾਰੀ ਸਾਹਿਬ ਜਿਹੜੇ ਨੇ ਉਹ SHO ਨੇ। ਅਸੀਂ ਇਹਨਾਂ ਕੋ ਜਾਣਾਂਗੇ ਕਿ ਇਸ ਮੁਕਦਮੇ ਦੀ ਮੌਜੂਦਾ ਸੂਰਤ ਹਾਲ ਕੀ है और पुलिस ਇਹਦੇ ਵਾਸਤੇ ਕੀ ਕਰ रही है जी। बिस्मिल्लाहिर्रहमानिर्रहीम। कल एक हमारे इलाके खम्बियावाला में नाखुशगवार वाक़या पेश आया है, जिसमें एक फ़िज़ा नामी बच्ची जो उसके साथ मुल्ज़म उस्मान ने जो रेप किया है, तो अल्हम्दुलिल्लाह उसको हमने फ़ौरी तौर पे पकड़ लिया है। और पकड़ने के बाद जो FIR है वो हो चुकी है 376 ज़िम्मन 3 की। उसके बाद हमने उसके जो मेडिकल का प्रोसीजर है वो हो रहा है, इंशाल्लाह वो आज कंप्लीट हो जाएगा। उसके बाद इसकी जो है ना मुल्ज़म को हम कड़ी से कड़ी सज़ा दिलवाने की कोशिश करेंगे कि ये जो दरिंदा सिर्फ लोग हमारे माशरे में पाए जाते हैं कि जो छोटी बच्चियों के साथ इंतहाई नाखुशगवार वाक़यात पेश आते हैं, इसके लिए सद्भाव किया जा सके। सर, ये बताना पसंद करेंगे कि जब से इस लड़के को गिरफ्तार किया गया है तो क्या इसने वाला जुर्म किया है या इस हवाले से, या आपको किसी ने मतलब इस हवाले से, इसके घर वालों के हवाले से, इसकी ज़हनी और जिस्मानी हालत के हवाले से कोई शिकायत की हो? नहीं, ये हमने इसकी जब इंटेरोगेशन की है तो इसने ये जो है ना वो इकबाल जुर्म कर लिया है, और उसने तमाम वाक़या जो हकीकत में मबनी था उसको बयान किया है DSP साहब के रूबरू भी और मेरे और IO के सामने भी। तो हमें बाकी जो इसके घर वाले हैं वो तो घर से वैसे ही फ़रार हैं। अब इसके घर में ताले लगे हुए थे, मैं सुबह विज़िट किया, तो बाकी इसकी जो ज़हनी हालत है वो कोई ख़राब नहीं है, वो ठीक है। इसके बारे में हमें ना तो किसी ने बताया है कि इसकी ज़हनी हालत ख़राब है। वक्ती तौर पे वो कह रहा था कि मेरे को ऊपर शैतान गालिब आ गया था, जिसके नतीजे में ये फेल मैंने किया है। पुलिस और आपका पूरा जो महकमा है उसके हवाले से आप, क्योंकि उसके नुमाइंदा भी हैं और इस स्टेशन के इंचार्ज भी हैं, और क्योंकि ये जो मामला है ये क्रिश्चियन कम्युनिटी और क्रिश्चियन कम्युनिटी में भी एक भट्टा मजदूर है जिसकी बेटी के साथ ये हुआ है, तो मैं आपसे मेरा सवाल ये है कि पुलिस किस हद तक जाकर इसको इंसाफ दिलवाने की कोशिश करेगी? जी, ये जो इदारा है पुलिस का, ये बेसिकली इसकी ज़िम्मेदारी है वो लोगों के जान माल की हिफाजत करना। अगर खुदा न खास्ता किसी के साथ नाखुशगवार वाक़या पेश आ जाता है तो उसके बाद उसकी FIR दर्ज होने के बाद से लेकर मुल्ज़म के चालान होने तक, इसमें हम किसी किस्म की कोई जो है ना वो कमी सुकम वो नहीं रखेंगे। हम अपने
जो लीगल ब्रांच है उनके साथ भी राब्ते में हैं, हमारे जो प्रोसिक्यूशन है उनके साथ भी राब्ते में हैं कि एक इंशाल्लाह ये जो है ना परफेक्ट केस तैयार करके इसको करार वाकई सजा दिलवाई जाएगी इंशाल्लाह। ਬਹੁਤ ਸ਼ੁਕਰੀਆ। ਸਾਡੇ ਨਾਲ ਇਸ ਵਕਤ ਕ੍ਰਿਸਚੀਅਨ ਕਮਿਊਨਿਟੀ ਦੇ ਔਰ ਖਾਸ ਤੌਰ ਤੇ ਪੂਰੇ ਪਾਕਿਸਤਾਨ ਦੇ ਵਿੱਚ ਕਰਾਚੀ ਤੋਂ ਖੈਬਰ ਤੱਕ ਪਾਕਿਸਤਾਨ ਦੀ ਸਭ ਤੋਂ ਵੱਡੀ ਜਿਹੜੀ ਬੈਨੁਲ ਮਜ਼ਹਬ ਰਵਾਦਾਰੀ ਦੀ ਤਹਿਰੀਕ ਹੈ ਉਹਦੇ ਚੇਅਰਮੈਨ ਜਨਾਬ ਰਵਾਦਾਰੀ ਤਹਿਰੀਕ ਦੇ ਚੇਅਰਮੈਨ ਜਨਾਬ ਸੈਮਸਨ ਸਲਾਮਤ ਸਾਹਿਬ ਜਿਹੜੇ ਨੇ ਉਹ ਸਾਡੇ ਨਾਲ ਤਸ਼ਰੀਫ ਰੱਖਦੇ ਨੇ ਔਰ ਉਹ ਖਾਸ ਤੌਰ ਤੇ ਇਸੇ ਕਰਕੇ ਹੀ ਤਸ਼ਰੀਫ ਲਾਏ। ਅਸੀਂ ਸੈਮਸਨ ਸਲਾਮਤ ਸਾਹਿਬ ਕੋਲ ਜਾਣਾਂਗੇ ਕਿ ਉਹ ਇਸ ਕੇਸ ਦੇ ਬਾਰੇ ਕਿਉਂਕਿ ਘਰੋਂ ਵੀ ਹੋ ਕੇ ਆਏ ਨੇ ਤੇ ਇੱਥੇ ਵੀ ਆ ਕੇ ਉਹਨਾਂ ਨੇ ਐਸਐਚਓ ਸਾਹਿਬ ਨਾਲ ਵੀ ਗੱਲਬਾਤ ਕੀਤੀ, ਹੁਣ ਤੁਸੀਂ ਸੁਣੀ, ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਪਹਿਲੀ ਗੱਲ ਤੇ ਇਹ ਵੇ ਕਿ ਮੈਂ ਮੁਜ਼ੰਮਤ ਨਹੀਂ ਕਰਾਂਗਾ ਕਿਉਂਕਿ ਸਾਡੇ ਮੁਆਸ਼ਰੇ ਦੇ ਵਿੱਚ ਜ਼ੁਲਮ ਦੀਆਂ ਰੋਜ਼ ਇੱਕ ਤੋਂ ਇੱਕ ਵੱਡੀ ਦਾਸਤਾਨ ਲਿਖੀ ਜਾ ਰਹੀ ਹੈ ਤੇ ਅਸੀਂ ਇਹਨਾਂ ਵਾਕਿਆਤ ਦੀ ਮੁਜ਼ੰਮਤ ਕਰਦਿਆਂ ਥੱਕ ਗਏ ਹਾਂ। ਇਹ ਬੜਾ ਹੀ ਇੱਕ ਦਿਲ ਦਹਿਲਾ ਦੇਣੇ ਵਾਲਾ ਵਾਕਿਆ ਹੈ। ਮੈਂ ਖਾਨਦਾਨ ਦੇ ਲੋਕਾਂ ਨੂੰ ਮਿਲਿਆ ਔਰ ਉਹ ਬੜੇ ਪਰੇਸ਼ਾਨ ਨੇ, ਲੇਕਿਨ ਕੁਝ ਇੱਥੇ ਆ ਕੇ ਪਿੰਡ ਦੇ ਵਿੱਚ ਆ ਕੇ ਥਾਣੇ ਦੇ ਵਿੱਚ ਆ ਕੇ ਮੈਨੂੰ ਇਹ ਉਮੀਦ ਪੈਦਾ ਹੋਈ ਹੈ ਕਿ ਇਸ ਖਾਨਦਾਨ ਨੂੰ ਇਨਸਾਫ ਮਿਲੇਗਾ। ਉਮੀਦ ਹੈ ਕਿ ਮੈਂ ਇਹ ਜੋ ਮੁਸਬਤ ਸੋਚ ਰਿਹਾ ਇਹਦੇ ਤੇ ਅਮਲ ਦਰਾਮਦ ਵੀ ਹੋਏਗਾ। ਸੈयद ਇਫਤਖਾਰ ਬੁਖਾਰੀ ਸਾਹਿਬ ਨਾਲ ਜਿਹੜੀ ਗੱਲਬਾਤ ਹੋਈ ਹੈ ਔਰ ਮੈਂ ਇਹ ਮਹਿਸੂਸ ਕੀਤਾ ਹੈ ਕਿ ਇਹਨਾਂ ਦੀ ਡਿਟਰਮੀਨੇਸ਼ਨ ਹੈ ਕਿ ਉਹ ਇਸ ਖਾਨਦਾਨ ਦੇ ਨਾਲ ਖੜੇ ਨੇ, ਪੁਲਿਸ ਇਸ ਖਾਨਦਾਨ ਦੇ ਨਾਲ ਖੜੀ ਹੈ ਔਰ ਇਹਨਾਂ ਨੂੰ ਇਨਸਾਫ ਦਿਲਾਉਣ ਵਾਸਤੇ ਪੂਰੀ ਕੋਸ਼ਿਸ਼ ਕਰਨਗੇ। ਲੇਕਿਨ ਜਿਹੜਾ ਇਹੋ ਜਿਹੇ ਮਾਮਲਾਤ 'ਚ ਮੇਰਾ ਤਜਰਬਾ ਹੈ, ਖਾਸ ਤੌਰ ਤੇ ਮਾੜੇ ਲੋਕ ਜਦੋਂ ਉਹਨਾਂ ਨਾਲ ਜ਼ਿਆਦਤੀ ਹੁੰਦੀ ਹੈ ਤੇ ਜਿਹੜੇ ਇਲਾਕੇ ਦੇ ਬਾਅਸਰ ਲੋਕ ਹੁੰਦੇ ਨੇ, ਚਾਹੇ ਉਹ ਸਿਆਸੀ ਨੇ, ਮਜ਼ਹਬੀ ਨੇ, ਸਮਾਜੀ ਨੇ, ਉਹ ਹਮੇਸ਼ਾ ਜਿਹੜੇ ਮਾੜੇ ਲੋਕ ਨੇ ਉਹਨਾਂ ਤੇ ਪ੍ਰੈਸ਼ਰ ਪਾਉਂਦੇ ਨੇ। ਇੱਥੇ ਇੱਕ ਚੀਜ਼ ਮੈਂ ਤੁਹਾਨੂੰ ਦੱਸਣਾ ਕਿ ਇੱਥੇ ਇੱਕ ਜਮਾਤ ਦੇ ਐਮਪੀਏ ਸਾਹਿਬ ਨੇ ਇੱਥੋਂ ਦੇ ਲੋਕਾਂ ਨੂੰ ਅਪਰੋਚ ਕੀਤਾ ਹੈ ਔਰ ਉਹਨਾਂ ਨੇ ਉਹਨਾਂ ਨੂੰ ਫੋਨ ਤੇ ਕਿਹਾ ਹੈ ਕਿ ਮੈਂ ਤੁਹਾਡੇ ਘਰ ਆਉਣਾ ਚਾਹੁੰਦਾ ਵਾਂ ਔਰ ਉਹਨਾਂ ਨੇ ਕਿਹਾ ਕਿ ਤੁਸੀਂ ਕਦ ਲਈ ਆਉਣਾ ਚਾਹੁੰਦੇ ਹੋ, ਤਾਂ ਉਹਨਾਂ ਨੇ ਕਿਹਾ ਇੱਥੇ ਆ ਕੇ ਗੱਲਬਾਤ ਦੱਸਾਂਗੇ। ਲੇਕਿਨ ਉਹਨਾਂ ਨੇ ਉਹਨਾਂ ਨੂੰ ਮਿਲਣ ਤੋਂ ਫਿਲਹਾਲ ਇਨਕਾਰ ਕੀਤਾ ਹੈ। ਲੇਕਿਨ ਤੁਸੀਂ ਜਾਣਦੇ ਹੋ ਕਿ ਜਦੋਂ ਇਸ ਤਰ੍ਹਾਂ ਦੇ ਪ੍ਰੈਸ਼ਰ ਬਣਦੇ ਨੇ, ਸਿਆਸੀ ਲੋਕ ਪ੍ਰੈਸ਼ਰ ਬਣਾਉਂਦੇ ਨੇ ਤੇ ਮਾਮਲਾਤ ਜਿਹੜੇ ਨੇ ਉਹ ਦਬ ਜਾਂਦੇ ਨੇ। ਇਹਦੇ ਬਾਰੇ ਰਵਾਦਾਰੀ ਤਹਿਰੀਕ ਦਾ ਕੀ ਸਟੈਂਸ ਹੈ? ਦੇਖੋ, ਮੈਂ ਤੁਹਾਡੇ ਚੈਨਲ ਦੇ ਵਸਾਤਤ ਨਾਲ ਐਮਪੀਏ ਸਾਹਿਬ ਨੂੰ ਇਹ ਦੱਸਣਾ ਚਾਹੁੰਦਾ ਕਿ ਅਗਰ ਤੁਸੀਂ ਰਵਾਦਾਰੀ ਤਹਿਰੀਕ ਨੂੰ ਜਾਂ ਮੈਨੂੰ ਨਹੀਂ ਜਾਣਦੇ ਤੇ ਥੋੜਾ ਜਿਹਾ ਮੇਰੇ ਬਾਰੇ ਜਾਣਨ ਦੀ ਕੋਸ਼ਿਸ਼ ਕਰੋ। ਅਗਰ ਤੁਸੀਂ ਜਾਂ ਕਿਸੇ ਹੋਰ ਬੰਦੇ ਨੇ ਇਸ ਕੇਸ ਦੇ ਵਿੱਚ ਅਗਰ ਕਿਸੇ ਕਿਸਮ ਦਾ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਕੀਤੀ ਤੇ ਫਿਰ ਮੈਂ ਤੇ ਹਰ ਚੌਥੇ ਦਿਨ ਪੰਜਾਬ ਅਸੈਂਬਲੀ ਦੇ ਸਾਹਮਣੇ ਹੁੰਨਾ ਤੇ ਮੈਂ ਫਿਰ ਇਹਨਾਂ ਨੂੰ ਬੁਰੇ ਤਰੀਕੇ ਦੇ ਨਾਲ ਬੇਨਕਾਬ ਵੀ ਕਰਾਂਗਾ ਤੇ ਇਹ ਜਿਹੜਾ ਮਾੜੇ ਲੋਕਾਂ ਦੇ ਤੇ ਜ਼ੁਲਮ ਵੀ ਹੋਵੇ ਤੇ ਫਿਰ ਉਹਨਾਂ ਨੂੰ ਕੰਪਰੋਮਾਈਜ਼ ਵਾਸਤੇ ਪ੍ਰੈਸ਼ਰ ਕਰਨਾ ਜਿਹੜਾ ਹੈ ਇਹ ਇਟਸੈਲਫ ਇੱਕ ਜਿਹੜਾ ਨਾ ਕ੍ਰਾਈਮ ਹੈ ਔਰ ਅਸੀਂ ਇਹਨੂੰ ਹਰਗਿਜ਼ ਬਰਦਾਸ਼ਤ ਨਹੀਂ ਕਰਾਂਗੇ। ਰਵਾਦਾਰੀ ਤਹਿਰੀਕ ਇੱਕ ਅਪਫਰੰਟ ਤਹਿਰੀਕ ਹੈ ਔਰ ਅਸੀਂ ਇਸ ਖਾਨਦਾਨ ਦੇ ਨਾਲ ਪੂਰੇ ਤਰੀਕੇ ਦੇ ਨਾਲ ਖੜੇ ਹਾਂ, ਸਿਰਫ ਗੱਲਾਂ ਬਾਤਾਂ ਦੀ ਹੱਦ ਤੱਕ ਨਹੀਂ। ਔਰ ਅਗਰ ਇਹਨਾਂ ਦੇ ਨਾਲ ਇਨਸਾਫ ਦੇ ਪ੍ਰੋਸੈਸ ਦੇ ਵਿੱਚ ਅਗਰ ਕਿਸੇ ਕਿਸਮ ਦੇ ਲੂਪ ਹੋਲਸ ਆਉਂਦੇ ਨੇ ਜਾਂ ਕੋਈ ਜ਼ਿਆਦਤੀ ਹੁੰਦੀ ਹੈ ਤੇ ਫਿਰ ਅਸੀਂ ਕੋਈ ਵੀ ਰਸਤਾ ਜਿਹੜਾ ਇਖਤਿਆਰ ਕਰ ਸਕਦੇ ਹਾਂ। ਇੱਥੋਂ ਸਾਡੇ ਲਈ ਜਿਹੜੇ ਲੋਕ ਨੇ ਖਾ ਕ੍ਰਿਸਚਨ ਬਰਾਦਰੀ ਹੈ, ਖਾ ਮੁਸਲਮਾਨ ਬਰਾਦਰੀ, ਉਹ ਖਾਨਦਾਨ ਦੇ ਨਾਲ ਖੜੇ ਨੇ। ਇਹ ਬੜੀ ਚੰਗੀ ਗੱਲ ਹੈ ਤੇ ਅਗਰ ਉਹ ਇੱਥੇ ਖੜੇ ਨੇ ਤੇ ਫਿਰ ਉਹ ਪੰਜਾਬ ਅਸੈਂਬਲੀ ਦੇ ਸਾਹਮਣੇ ਵੀ ਜਮ੍ਹਾਂ ਹੋ ਸਕਦੇ ਨੇ। ਬਹੁਤ ਸ਼ੁਕਰੀਆ ਨਾਜ਼ਰੀਨ, ਤੁਸੀਂ ਵੇਖਿਆ ਹੈ ਸੈਮਸਨ ਸਲਾਮਤ ਸਾਹਿਬ ਦੀ ਗੁਫ਼ਤਗੂ ਸੁਣੀ, ਤੁਸੀਂ ਸੈयद ਇਫਤਖਾਰ ਬੁਖਾਰੀ ਸਾਹਿਬ ਦੀ ਗੁਫ਼ਤਗੂ ਸੁਣੀ। ਉਮੀਦ ਹੈ ਰੱਬ ਦੇ ਘਰ ਚੋਂ ਕਿ ਕਿਉਂਕਿ ਮਾੜਿਆਂ ਦਾ ਬਸ ਰੱਬ ਹੀ ਹੁੰਦਾ ਹੈ ਔਰ ਰੱਬ ਤੋਂ ਥੱਲੇ ਜਿਹੜੇ ਰੱਬ ਦੇ ਬੰਦੇ ਹੁੰਦੇ ਨੇ ਉਹ ਹੁੰਦੇ ਨੇ। ਸਾਨੂੰ ਯਕੀਨ ਦੀ ਹੱਦ ਤੱਕ ਉਮੀਦ ਹੈ ਕਿ ਫਿਜ਼ਾ ਨੂੰ ਔਰ ਫਿਜ਼ਾ ਵਰਗੇ ਜਿੰਨੇ ਵੀ ਬੱਚੇ ਨੇ ਜਾਂ ਜਿਹਨਾਂ ਨਾਲ ਵੀ ਜਿਸ ਵੀ ਲੈਵਲ ਤੇ ਜ਼ਿਆਦਤੀ ਹੁੰਦੀ ਹੈ ਉੱਥੇ ਸਾਡੇ ਮੁਲਕ ਦੇ ਇਦਾਰੇ ਜਿਹੜੇ ਨੇ ਔਰ ਸਾਡੇ ਮੁਲਕ ਦੇ ਜਿਹੜੇ ਲੀਡਰਸ ਨੇ ਉਹ ਰਲ ਕੇ ਤੇ ਇਹਨਾਂ ਨੂੰ ਆਸਰਾ ਦੇਣਗੇ, ਇਹਨਾਂ ਨੂੰ ਦੱਬਣਗੇ ਨਹੀਂ। ਸੋ ਅਸੀਂ ਅੱਜ ਦੀ ਗੱਲ ਨੂੰ ਇੱਥੇ ਮੁਕਾਉਂਦੇ ਹਾਂ। ਰੱਬ ਰਾਖਾ।